फिर मैंने थोड़ा मुझे ना एक उत्साह दिता है ਤਾਂ ਮੈਂ ਕਦੀ ਕਹਿੰਦਾ ਵੀ ਕਈ ਪਾਸਟਰ ਜਿਹੜੇ ਨਾ ਇਹਦਾ ਚਲੋ ਬੱਚਾ ਇਹ ਤਾਂ ਕੋਈ ਗੱਲ ਨਹੀਂ ਹੈਗੀ ਜਿਹੜੇ ਪਾਸਟਰ ਆ ਉਹ ਵੀ ਕਈ ਵਾਰੀ ਇਸ ਗੱਲ ਨੂੰ ਮਿਸ ਕਰ ਜਾਂਦੇ ਆ ਕਿਵੇਂ ਮਿਸ ਕਰ ਜਾਂਦੇ ਆ ਜਿਵੇਂ ਇੱਕ ਸ਼ਾਦੀ ਦਾ ਜਿਹੜਾ ਮੈਂ ਪਹਿਲੇ ਵਾਰ ਸ਼ਾਦੀ ਦੇ ਬਾਰੇ ਇੱਕ ਸ਼ਾਦੀ ਹੋ ਰਹੀ ਸੀਗੀ ਨਵਾਂ ਸ਼ਹਿਰ ਦੇ ਵਿੱਚ ਤੇ ਉੱਥੇ 3-4 ਪਾਸਟਰ ਆਏ ਸੀਗੇ ਉਹਨਾਂ ਨੇ ਉਸ ਪਾਸਟਰ ਵੀ ਚਲੋ ਬੱਚਿਆਂ ਬੋਲਵਾ ਦਿੱਤਾ बच्चों बोलवा देता 15-20 मिनट देते उन्हें बोलना सीखा उन्हें बोल लिया काले बोलते जी तोबा देते माहौल की इत्थे दा क्यों उन्हें सीखिया नहीं है मैं तुहानू तां सिखाने की कोशिश करता है भी अपने जो दिन चल रहे ना इस दिन के मुताबिक आप वचन बोलना है ਹਾਲੇਲੂਇਆ ਇਸ ਕਰਕੇ ਤੁਸੀਂ ਵੀ ਜਦੋਂ ਤੁਹਾਨੂੰ ਕਿਤੇ ਇਨਵਾਈਟ ਕੀਤਾ ਹੈ ਕਿਸੇ ਗੱਲ ਦੇ ਉੱਤੇ ਵੀ ਕਿਤੇ ਤੁਹਾਨੂੰ ਕਹੇ ਵੀ ਚਲੋ ਭਾਈ 10 ਮਿੰਟ ਬੋਲੋ ਤਾਂ ਤੁਸੀਂ ਉਸ ਹਿਸਾਬ ਨਾਲ ਬੋਲਣਾ ਹੈ ਅਗਰ ਵਿਆਹ ਹੈ ਤਾਂ ਉਹਦੇ ਮੁਤਾਬਕ ਵਚਨ ਦੇਖੋ ਅਗਰ ਮਰਕਤ ਹੋਈ ਹੋਈ ਹੈ ਤਾਂ ਉਹਦੇ ਮੁਤਾਬਕ ਵਚਨ ਦੇਖੋ ਤਾਂ ਕਿ ਤੁਹਾਡਾ ਕੋਈ ਮਜ਼ਾਕ ਨਾ ਲਾਏ ਬਚਨ ਵਧੀਆ ਸੀਗਾ ਸਭ ਕੁਝ ਠੀਕ ਸੀਗਾ ਇਹਦਾ ਕੋਈ ਗੱਲ ਨਹੀਂ ਹੈਗੀ ਪਰ ਮੈਂ ਵੈਸੇ ਗੱਲ ਕਰਦਾ ਵੀ ਅੱਗੇ ਵਾਸਤੇ ਇਸ ਗੱਲ ਦਾ ਧਿਆਨ ਰੱਖਣਾ ਹਮੇਸ਼ਾ मैं बचन फिर मैनू अज मैं जब प्रार्थना भी सीगा सवेरे तो पर वो सारा बचन मैनू चेंज किया और करना चाहिए सी होना चाहिए सीगा यूहन्ना दी पत्रियां दे विच उहदा 3 अध्याय उहदा 8 वचन देखियो जल्दी शाबाश उस तो बाद आपां शुरू करदे हाँ जी हवा जिधर चलती है जाती है यूहन्ना दी पत्रियां दे विच पहली पत्री आठी जो कोई पाप करता है वह शैतान की ओर से है हाँ क्योंकि शैतान आरंभ ही से पाप करता आया है परमेश्वर का पुत्र इसलिए प्रकट हुआ कि शैतान के कामों का नाश करे परमेश्वर का पुत्र यीशु मसीह इस बात दुनिया च आया इस करके प्रगट होया जिहड़ा आपां 25 संभव मनाउण वास्ते जा रहे हैं इस करके प्रगट होया कि शैतान दे काम नूं की करे हो नाश कर दे शैतान दे काम नूं नाश कर दे इस करके प्रगट होया इस करके आया हो ਹੁਣ ਫਟਾਫਟ ਆਪਾਂ ਬੱਚੇ ਜ਼ਿਆਦਾ ਪੜਾਂਗੇ ਨਹੀਂ ਚਲੋ ਉਤਪਤੀ ਦੀ ਕਿਤਾਬ ਦੇ ਵਿੱਚ ਆਪਾਂ ਚੱਲਾਂਗੇ ਫਟਾਫਟ ਜਾਣਾ ਉਹਦੇ 3 ਅਧਿਆਏ ਉਹਦੇ ਇੱਕ ਤੋਂ ਦੀ ਬਾਅਦ ਚ ਪੜਿਓ 3 ਦੀ ਇੱਕ ਤੋਂ ਬਾਅਦ ਚ ਪੜ ਲਿਓ ਉੱਥੇ ਤੁਹਾਨੂੰ ਦੱਸ ਦਿੰਦਾ ਹੈ ਔਰ ਕੋਈ ਜਾਣਦਾ ਵੀ ਹੁਣ ਉੱਥੇ ਬਾਰੇ ਕੀ ਲਿਖਿਆ ਉੱਥੇ ਉੱਥੇ 3 ਦੀ ਇੱਕ ਚ ਕੀ ਲਿਖਿਆ ਫਟਾਫਟ ਜਾਣਾ ਬਿਨਾਂ ਪੜ੍ਹੇ ਕਿਹਨੂੰ ਪਤਾ ਜਦੋਂ ਆਤਮਾ ਔਰ ਹਵਾ ਨੂੰ ਬਣਾਇਆ ਗਿਆ ਇੱਕ ਸਰਪ ਜਿਹੜਾ ਸੱਪ ਸੀਗਾ ਉਹਦੇ ਬਾਰੇ ਲਿਖਿਆ ਹੈ ਕਿ ਉਹ ਸਭ ਤੋਂ ਚਲਾਕ ठीक है फल के बारे लिखा गया ये फल नहीं खाओ लेकिन फल खादा गया ठीक है वो एक अलग गल लेकिन 8वीं आयत पढ़े जिस दी तब यहोवा परमेश्वर जो दिन के ठंडे समय वाटिका में फिरता था हाँ जी दिन का ठंडा समय कि समय होंगे है 2 टाइम हो सकता शाम का भी हो सकता सवेर का भी हो सकता यानी कि परमेश्वर को मिलने वास्ते आउंदा सीगा जो आया तो मैं सोचता कि शाम के समय से है या नहीं नहीं शाम के समय किवें सीगा क्योंकि वो गलती कर चुके सी दिन दे विच गलती हो चुकी सी शाम का समय से इतों मतलब पता लगता अपन शाम का समय हाँ जी का शब्द उनको सुनाई दिया हाँ
तब आदम और उसकी पत्नी वाटिका के वृक्षों के बीच यहोवा परमेश्वर से छिप गए। बस छो, ठीक है जी, छिप गए, लुक गए हो। क्यों लुक गए? की गलती की थी। इसका कई बार जब तुसी दोषी आ, ਤੁਹਾਡੇ ਜੀਵਨ 'ਚ ਕੋਈ ਗਲਤੀ ਆ, ਕੋਈ ਇਦਾਂ ਦੀ ਗਲਤੀ ਤੁਸੀਂ ਕਰਦੇ, ਕੋਈ ਪਾਪ ਇਦਾਂ ਕਰਦੇ, ਕੋਈ ਝੂਠ ਇਦਾਂ ਬੋਲ ਕੇ, ਕੋਈ ਚੁਗਲੀਆਂ ਕਰਤੇ ਜਾਂ ਕੁਝ ਵੀ ਕਰਦਾ ਇਦਾਂ ਦਾ ਕੰਮ, ਪ੍ਰਾਰਥਨਾ ਵਿੱਚ ਮਨ ਨਹੀਂ ਲੱਗਦਾ, ਸ਼ਰਮਿੰਦਗੀ ਹੋ ਜਾਂਦੀ ਹੈ। ਸਹੀ ਪ੍ਰਾਰਥਨਾ ਨਹੀਂ ਹੋਊਗੀ ਜਦ ਤੱਕ ਤੁਸੀਂ ਪਛਤਾਪ ਨਹੀਂ ਕਰਦੇ, ਜਦ ਤੁਸੀਂ ਮਾਫੀ ਨਹੀਂ ਮੰਗਦੇ। ਇਹਨਾਂ ਨੇ ਵੀ ਗਲਤੀ ਕਰੀ, ਨਹੀਂ ਤਾਂ ਹਰ ਰੋਜ਼ ਕਿਆ ਹੁੰਦਾ ਸੀਗਾ, ਇਹ ਭੱਜ ਕੇ ਜਾ ਕੇ ਉਹਨੂੰ ਮਿਲਦੇ ਹੁੰਦੇ ਸੀਗੇ। ਠੀਕ, ਅੱਜ ਕੀ ਹੋ ਗਿਆ? ਅੱਜ ਉਸ ਗਲਤੀ ਨੇ, ਉਸ ਪਾਪ ਨੇ, ਜਿਸ ਤਰ੍ਹਾਂ ਯਸ਼ਾਇਆ ਦੀ ਕਿਤਾਬ ਦੇ 59 ਅਧਿਆਇ ਦੇ ਵਿੱਚ, ਤੁਸੀਂ ਇਹਨੂੰ ਬਾਅਦ ਚ ਪੜ੍ਹੇ, 59 ਅਧਿਆਇ ਦੇ 1-2-3 ਜਦ ਲਿਖਿਆ ਹੋਇਆ, ਕਹਿੰਦਾ ਤੁਹਾਡੇ ਅਧਰਮ ਦੇ ਕੰਮਾਂ ਨੇ, ਤੁਹਾਡੇ ਪਾਪਾਂ ਨੇ ਤੁਹਾਨੂੰ ਤੁਹਾਡੇ ਪਰਮੇਸ਼ਰ ਤੋਂ ਅਲੱਗ ਕਰਤਾ, ਜੁਦਾ ਕਰ ਦਿੱਤਾ। ਅੱਜ ਇਸ ਗਲਤੀ ਨੇ ਉਹਨਾਂ ਨੂੰ ਆਪਣੇ ਪਿਤਾ ਪਰਮੇਸ਼ਰ ਤੋਂ ਅਲੱਗ ਕਰ ਦਿੱਤਾ, ਛੁਪ ਗਏ। ਸੰਸਾਰ ਦੇ ਵਿੱਚ ਬਹੁਤ ਸਾਰੇ ਲੋਕ ਨੇ, ਕਿਉਂ ਛੁਪਦੇ ਹੋ? ਕਿ ਗਲਤੀਆਂ ਬਹੁਤ ਜ਼ਿਆਦਾ ਹੈ, ਗਲਤੀਆਂ ਬਹੁਤ ਜ਼ਿਆਦਾ ਹੈ। ਕਈ ਵਾਰ ਮੈਂ ਲੋਕਾਂ ਨੂੰ ਦੇਖਿਆ ਇਸ ਗੱਲ ਨੂੰ, ਕਹਿੰਦੇ ਭਾਜੀ ਪਾਸਟਰ ਜੀ ਸਭ ਤੋਂ ਚੱਲ ਨਹੀਂ ਹੋਣਾ ਪ੍ਰਭੂ ਚ। ਮੈਂ ਕਿਉਂ? ਕਹਿੰਦੇ ਜੀ ਕੱਖ ਵੀ ਚੋਰੀ ਕਰਦੇ ਆ, ਕੱਖ ਵੱਢਣ ਜਾਂਦੇ ਚੋਰੀ ਕਰਦੇ ਆ, ਸਾਗ ਤੋੜਨ ਜਾਂਦੇ ਤਾਂ ਵੀ ਚੋਰੀ ਕਰਦੇ ਆ। ਤੇ ਤੁਹਾਡੇ ਹੁਣ ਬੱਚੇ ਨੂੰ ਦੇਖਿਆ ਨਹੀਂ ਕਰਦੇ ਚੋਰੀ, ਕਹਿੰਦੇ ਸਾਡਾ ਸਰਦਾ ਨਹੀਂ, ਸਾਡਾ ਸਰਦਾ ਨਹੀਂ। ਠੀਕ ਹੈ ਜੀ, ਪਰ ਉਹ ਛੱਡ ਗਏ, ਪਰ ਉਹ ਤੋਂ ਪਿੱਛੇ ਹਟ ਗਏ ਇਸ ਗੱਲ ਦੇ ਮਾਰੇ। ਫਿਰ ਮੈਨੂੰ ਕਿਹਾ ਪੁੱਛ ਕੇ ਵੀ ਲੈ ਸਕਦੇ ਆ, ਜੇ ਤੁਸੀਂ ਪੁੱਛ ਕੇ ਲਓਗੇ ਪ੍ਰਭੂ ਇੰਤਜ਼ਾਮ ਕਰੇਗਾ। ਉਸ ਬੰਦੇ ਇੰਨਾ ਨੰਬਰ ਕਰਦੇ ਆ ਕਿ ਤੁਸੀਂ ਇੱਕ ਭਰੀ ਦੀ ਗੱਲ ਕਰਦੇ, ਦੋ ਚ ਕਰਦੇ ਤੁਹਾਨੂੰ। ਹਾਲੇਲੂਇਆ। ਪਰ ਜੇ ਤੁਸੀਂ ਪ੍ਰਭੂ ਚੱਲੋ, ਨਹੀਂ ਚੱਲ ਪਾਏ, ਕਹਿੰਦਾ ਜੀ ਦੂਸਰੇ ਪੜਾ ਸੀ ਬੈਕ ਹੋ ਗਿਆ। ਕਿਹਨੂੰ ਠੁਕਰਾਤਾ ਉਹਨਾਂ ਨੇ? ਪਰਮੇਸ਼ਰ ਨੂੰ, ਉਧਾਰ ਨੂੰ, ਇੱਕ ਮੁਕਤ ਨੂੰ, ਇੱਕ ਮੁਕਤੀ ਨੂੰ ਠੁਕਰਾਤਾ। ਸਿਰਫ ਇੰਨੇ ਕੰਮ। ਜਿਹੜੇ ਬੱਚੇ ਨੇ ਗੱਲ ਸੁਣਾਈ ਆ ਕਿ ਸੰਸਾਰ ਦਾ ਸਦੇਸ਼ ਨਹੀਂ ਬਣਨਾ, ਸੰਸਾਰਿਕ ਲੋਕ ਕਿੱਦਾਂ ਕਰਦੇ ਆ, ਸੰਸਾਰਿਕ ਲੋਕ ਕਿੱਦਾਂ ਚੱਲਦੇ ਆ। ਜਿਹੜੇ ਦੱਸੇ ਗੱਲ ਆਪਣਾ ਬੱਚੇ ਮੁੰਡੇ ਬਾਰੇ ਵੀ, ਤੇ ਮੈਂ ਵੀ ਜਦੋਂ ਪ੍ਰਭੂ ਚ ਆਇਆ, ਤੇ ਜਦੋਂ ਮੈਂ 2 ਸਾਲ ਮੈਂ ਨੌਕਰੀ ਕਰੀ ਆ ਪ੍ਰਭੂ ਚ ਆਉਣ ਤੋਂ ਬਾਅਦ, ਲੇਕਿਨ ਫਿਰ ਮੈਂ ਨੌਕਰੀ ਛੱਡ ਕੇ ਆਪਣੀ ਸੇਵਾ ਚ ਆਇਆ ਪ੍ਰਭੂ ਚ। 28 ਅਕਤੂਬਰ 1991 ਨੂੰ ਮੈਂ ਨੌਕਰੀ ਛੱਡੀ ਸੀ, ਤੇ 90 ਚ ਮੈਂ ਪ੍ਰਭੂ ਚ ਆਇਆ ਸਹੀ ਤਰੀਕੇ ਨਾਲ। ਪਹਿਲਾਂ 86 ਜਾ ਕੇ ਸੀ ਮੈਂ, ਪਰ ਉਸ ਵੇਲੇ ਮੇਰਾ ਜੀਵਨ ਨਹੀਂ ਸੀ, ਪਰ 90 ਚ ਆਇਆ ਸੀ ਮੈਂ। ਠੀਕ ਆ, ਤੇ ਜਦੋਂ ਮੈਂ ਆਪਣੀ ਡਿਊਟੀ ਤੇ ਹੁੰਦਾ ਸੀਗਾ, ਤੇ ਉਹਨਾਂ ਨੂੰ ਰੋਟੀ ਖਾ ਕੇ ਸੌਣਾ, ਤਾਂਸ ਖੇਡਣੀ, ਕਿਸੇ ਮਸਤੀ ਕਰਨੀ, ਮੈਂ ਨਹੀਂ ਹੁੰਦਾ ਸੀ ਮੇਰੇ ਕੋਲ। ਮੈਂ ਸਾਈਡ ਜਾ ਕੇ ਬੈਠਣਾ ਪੜਦਾ, ਪ੍ਰਾਰਥਨਾ ਕਰਨਾ। ਮੇਰੇ ਜੀਵਨ ਨੂੰ ਦੇਖ ਕੇ ਮੈਂ ਦੇਖਿਆ ਸੀ ਉਹ ਯਾਰ ਆ ਕੀ ਹੈ। ਮੈਂ ਤੁਹਾਨੂੰ ਨਹੀਂ ਪਤਾ ਲੱਗਣਾ ਚਾਹੁੰਦਾ, ਮੈਂ ਬਹੁਤ ਹੀ ਪ੍ਰਚਾਰ ਕਰਨਾ, ਬਹੁਤ ਹੀ ਗੱਲਬਾਤ ਕਰਨੀ, ਕਿ ਜੋ ਅੰਦਰ ਆ ਉਹ ਬਾਹਰ ਆਉਣਾ ਹੈ। ਹਾਲੇਲੂਇਆ। ਬਹੁਤ ਹੈਰਾਨ ਹੁੰਦੇ ਸੀ ਉਹ, ਐਤਵਾਰ ਨਹੀਂ ਮੈਂ ਛੱਡਦਾ ਸੀਗਾ, ਉੱਥੇ ਆ ਕੇ ਫਿਰ ਉਹ ਬਿਲਕੁਲ ਹੈਰਾਨ ਹੁੰਦੇ ਸੀਗੇ। ਮੈਂ ਨੌਕਰੀ ਮੈਨੂੰ ਕੋਈ ਪਰਵਾਹ ਨਹੀਂ ਹੈਗੀ, ਪਰ ਮੈਂ ਸੰਡੇ ਨਹੀਂ ਲਾ ਸਕਦਾ, ਸੰਡੇ ਮੇਰੇ ਪ੍ਰਭੂ ਤੋਂ। ਹਾਲੇਲੂਇਆ। ਪਰ ਨੌਕਰੀ ਮੇਰੀ ਛੋਟੀ ਨਹੀਂ ਹੈਗੀ ਉੱਥੇ। ਉਹ ਕਹਿੰਦਾ ਠੀਕ ਹੋ ਗਿਆ, ਸੋਮਵਾਰ ਨੂੰ ਆ ਜੀ। ਅੜ ਜਾਂਦੇ ਸੀ ਕਈ ਵਾਰ, ਪਰ ਕਈ ਵਾਰ ਇੰਨਾ ਅੜ ਜਾਂਦੇ ਵੀ ਹੁਣ ਮੁਸ਼ਕਿਲ ਜੀ, ਤੁਹਾਨੂੰ ਪਤਾ ਹੀ ਆ, ਸ਼ਟ ਡਾਊਨ ਹੋਈ ਹੈ। ਫਿਰ ਮੈਂ ਆਊਂਗਾ ਡਿਊਟੀ, ਹਾਜ਼ਰੀ ਲਵਾ ਕੇ ਅੰਦਰ ਆ ਜਾਵਾਂਗਾ, ਤੇ 10 ਕੁ ਵਜੇ ਮੈਨੂੰ 2 ਘੰਟੇ ਚਾਹੀਦੇ 10 ਤੋਂ ਬਾਅਦ। ਕਹਿੰਦਾ ਠੀਕ ਹੈ। 14 ਕਿਲੋਮੀਟਰ ਮੈਂ ਜਾਣਾ ਸਾਈਕਲ ਤੇ, ਉੱਥੇ ਡਿਊਟੀ 14 ਕਿਲੋਮੀਟਰ ਮੈਂ ਵਾਪਸ ਆਉਣਾ, ਚਰਚ ਅਟੈਂਡ ਕਰਨਾ, ਫਿਰ 14 ਕਿਲੋਮੀਟਰ ਜਾਣਾ,
फिर वो 2 घंटे रात में ओवर टाइम ला के फिर 14 किलोमीटर होना, पर चर्च नहीं छड्डिया मैं। 28 किलोमीटर सफर अलग हो जाता है। इसी करके खुदा ने देखिया चीज ਜਿਹੜੇ ਪਾਦਰੀ ਹੁੰਦੇ ਸੀ ਸਾਡੇ, ਮੈਂ ਲੱਭਦਾ ਹੁੰਦਾ ਸੀ ਕਿ ਪਾਦਰੀ ਫੜਾਉਣਾ, ਘਰ ਬੁਲਾਵਾਂ, ਕੁਝ ਖਿਲਾਵਾਂ, ਕੁਝ ਦਵਾਂ, ਇਹਨਾਂ ਨੂੰ ਕੁਝ ਕਰਾਂ। ਇਹ ਸਾਰੀ ਗੱਲਾਂ ਨੂੰ ਵਫਾਦਾਰੀ ਨੂੰ ਦੇਖ ਕੇ ਤਾਂ ਪ੍ਰਭੂ ਨੇ ਇਹ ਸੇਵਾ ਦਿੱਤੀ ਹੈ। ਹਾਲੇਲੂਇਆ। ਮਤਲਬ ਇੱਕ ਉਸੀ ਬੋਝ ਸੀਗਾ ਖੁਦਾ ਦੇ ਪ੍ਰਤੀ, ਉਹਦੇ ਲੋਕਾਂ ਦੇ ਪ੍ਰਤੀ ਬੁਲਾਹਟ, ਠੀਕ ਆ, ਉਹਦੇ ਬੋਝ ਹੋਣਾ ਜ਼ਰੂਰੀ ਆ। ਤਾਂ ਹੁਣ ਕੀ ਹੋਇਆ? ਉਹ ਡਰ ਗਏ, ਲੁਕ ਗਏ, ਤੇ ਪਰਮੇਸ਼ਰ ਦਾ ਹਿਰਦੇ ਟੁੱਟ ਗਿਆ। ਕੀ ਕਹਿ ਰਿਹਾ ਹੋ? क्या बोले उन्हें? देखो, तब यहोवा परमेश्वर ने पुकार कर आदम से पूछा, तू कहाँ है? उसने कहा, मैं तेरा शब्द बारी में सुनकर डर गया, क्योंकि मैं नंगा था। और डर कितना गया? डर किथों आ गया? उस पाप उस गलती नंगा कितना हो गया हो? हली के हजारों साल तो पहले लगे सी। अदन की वाटका दे विच आदम बहुत साल होया, बहुत साल तक, लेकिन नंगा सी समय। पर सुभाव का किदा सीगा? एक बच्चे वाला। देखो पुराने समय दे विच ना, चलो साडे तो भी पहला समा सीगा, पर जो साडा भी समय सी, चलो निकला पा के अच्छे पाए घूमते नहीं बाजार इधर उधर, ਤੇ ਜ਼ਿਆਦਾ ਵਧੀਆ ਅਸੀਂ ਮਤਲਬ ਕੱਪੜਾ ਮਿਲਿਆ ਸੀ ਨਾ, ਵਧੀਆ, ਸਭ ਤੋਂ ਵਧੀਆ ਮਤਲਬ ਮਿਲਿਆ ਸੀਗਾ ਤਾਂ ਫੰਟ ਵਾਲਾ ਪਜਾਮਾ ਸੌ ਕੇ ਦਿੱਤੇ ਘਰ ਦੇ ਪਹਿਲੀ ਵਾਰ। ਉਹ ਪਾ ਕੇ ਅਸੀਂ ਬੜੇ ਖੁਸ਼ ਹੋਏ, ਬੰਦੇ ਪਤਾ ਨਹੀਂ ਕਿਆ ਮਿਲ ਗਿਆ। ਫੰਟ ਵਾਲੇ ਪਜਾਮੇ ਹੁੰਦੇ ਸੀ ਪਹਿਲਾਂ, ਤੇ ਅੱਜ ਕੱਲ੍ਹ ਤਾਂ ਖੈਰ ਚਲੋ ਬਹੁਤ ਐਡਵਾਂਸ। ਅੱਜ ਕੱਲ੍ਹ ਤਾਂ ਬੱਚਾ ਬਾਹਰ ਨਹੀਂ ਜਾਂਦਾ ਦੰਗਾ। ਕਿਉਂ? ਗਿਆਨ ਸਮਝ ਵੱਧ ਗਈ ਆ। ਪੁਰਾਣੇ ਬਜ਼ੁਰਗਾਂ ਸਮੇਂ ਵੀ ਕੁਛ ਨਹੀਂ ਸੁਣਦੇ ਗਏ, ਨੰਗੇ ਪਰੀ ਘੁੰਮੀ ਜਾਂਦੇ, ਸਭ ਕੁਛ ਕਰੀ ਜਾਂਦੇ ਸੀ, ਪਰ ਉਸ ਸਮੇਂ ਦੇ ਮੁਤਾਬਕ ਸੀ। ਇਸ ਕਰਕੇ ਆਦਮ ਵੀ ਏਦਾਂ ਸੀਗਾ, ਪਰ ਜਦੋਂ ਦੀ ਬੁੱਧੀ ਖੁੱਲੀ, ਗਿਆਨ ਹੋਇਆ ਉਹਨੂੰ ਬੁਰਾਈ ਦਾ ਗਿਆਨ, ਕਿਉਂਕਿ ਉਸ ਕੀ ਸੀਗਾ? ਬੁਰੇ ਦੇ ਗਿਆਨ ਦਾ ਫਲ ਸੀ। बुराई के अंदर गई, मैं तो नंगा अखा फल। अच्छा चलो एक होर मैं चीज तुहानू दसदा, किने खादा फल पहला? फल पहला किने खादा सीगा? हवा ने। चलो देखिया मैं लगी है, की होया? वो आदम दे कोल गई, उन्हें फल लगता है। आदमी ने देखा कि फल उही आ, पर उसने ना नहीं की, उन्हें भी खा गया। वो ताही शराब मिले उन्हें बाद मैं तो दसा खा गया, ठीक है। जब खा गया फिर अखा खुलियां, पहले नहीं खुलियां। क्यों नहीं पहले खुलियां? है अद्धे हिस्से ने खाते ही फल। हवा कित्थों बनाई गई थी? आदम दे विचों कड्ढी गई सी हवा, कली हवा ने खादा फल। मेन आदम सीगा, अखा नहीं खुलियां, लेकिन जब आदम ने खादी फिर दोनों की अखा खुली एकदम, कि पूरा शरीर कंप्लीट हो गया पाप में, अखा खुल गया, लुक गए। परमेश्वर ने आदम किथे तू?
ਪਰਮੇਸ਼ਰ ਇਹ ਨਹੀਂ ਦੇਖ ਰਹੇ ਸੀ ਕਿ ਆਦਮ ਹੁਣ ਦੂਰ ਹੋ ਗਿਆ ਮੇਰੇ ਤੋਂ, ਬਲਕਿ ਇਹ ਦੇਖ ਰਹੇ ਸੀ ਸਦਾ ਵਾਸਤੇ ਹੀ ਦੂਰ ਹੋ ਗਿਆ ਮੇਰੇ ਤੋਂ। ਅੱਜ ਤੱਕ ਦੂਰ ਆ ਆਦਮ, ਅੱਜ ਤੱਕ ਦੂਰ ਆ। ਜਿਹੜੇ ਲੋਕ ਖੁਦਾ ਚ ਆ ਗਏ, ਪ੍ਰਭੂ ਚ ਆ ਗਏ ਆ, ਬਸ ਉਹੀ ਨੇੜੇ ਆ। ਤੁਸੀਂ ਇਹ ਦੇਖੋ ਸੰਸਾਰ ਵੱਲ ਨਿਗਾਹ ਮਾਰ ਕੇ, ਹੁਣ ਤੁਹਾਡਾ ਪਿੰਡ ਆ, ਤੁਹਾਡਾ ਮਹੱਲਾ ਹੈ, ਕਿੰਨੇ ਲੋਕ ਉੱਥੇ ਸਿਰਫ ਤੁਹਾਡਾ ਪਰਿਵਾਰ ਹੀ ਇੱਕ ਤਰ੍ਹਾਂ ਦਾ ਪਰਿਵਾਰ ਚ ਕੁਛ ਲੋਕ ਆ, ਬਾਕੀ ਕਿਹਦੇ ਅੰਡਰ ਆ? ਸ਼ੈਤਾਨ ਦੇ ਅੰਡਰ ਆ, ਪਰਮੇਸ਼ਰ ਦੂਰ ਆ, ਹੈ ਜਾਂ ਨਹੀਂ? ਇਸ ਕਰਕੇ ਆਦਮ ਦੇਖਿਆ ਵੀ ਸਦੀਆਂ ਵਾਸਤੇ ਮੇਰੇ ਤੋਂ ਲੱਗ ਹੋ ਗਿਆ ਔਰ ਲੱਗੀ ਰਿਹਾ। ਫਿਰ ਉਹਨੂੰ ਪੁੱਛਿਆ ਤੂੰ ਇਹ ਕੀ ਕਰਦੇ ਆ? ਉਹ ਕਹਿੰਦਾ ਮੈਂ ਨਹੀਂ ਕੀਤਾ। ਇਹਦਾ ਇਸ ਔਰਤ ਨੇ ਕਰਵਾ ਦਿੱਤਾ ਜਿਹੜੇ ਤੈਂ ਦਿੱਤੀ ਮੈਨੂੰ। ਦੇਖੋ ਜੇ ਕਿਤੇ ਪਹਿਲਾਂ ਗਿਰ ਜਾਂਦਾ ਮੇਰੇ ਤੋਂ ਗਲਤੀ ਮੈਨੂੰ ਮਾਫ ਕਰ ਦੇ, ਤਾਂ ਖੁਦਾ ਕੋਈ ਨਾ ਕੋਈ ਇਦਾਂ ਇੰਤਜ਼ਾਮ ਕਰ ਸਕਦਾ ਸੀਗਾ ਵੀ ਉਹਦੇ ਅੰਦਰੋਂ ਸਭ ਬੁਰਾਈ ਨੂੰ ਖਤਮ ਕਰ ਸਕਦਾ ਸੀ, ਪਰ ਉਹਨੇ ਕੀਤਾ ਨਹੀਂ ਗਾ। ਉਹਨੂੰ ਪੁੱਛਿਆ ਤੈਂ ਕੀ ਕੀਤਾ ਹੈ? ਕਹਿੰਦਾ ਨਾ ਮੈਂ ਨਹੀਂ ਕੀਤਾ। ਕਿਹਨੇ ਕੀਤਾ? ਸੱਪ ਨੇ ਮੈਨੂੰ ਗੁੰਮਰਾਹ ਕਰ ਦਿੱਤਾ। ਉਹਨੇ ਦੋਸ਼ ਲਾਤਾ। ਦੋਸ਼ ਲਾਉਣ ਦੀ ਆਦਤ ਅੱਜ ਤੱਕ ਆ, ਅੱਜ ਤੱਕ ਕਿਸੇ ਨੇ ਵੀ ਗਲਤੀ ਕਰੀ, ਗਲਤੀ ਮੰਨੂਗਾ ਨਹੀਂ ਉਹ ਕਹੇ ਇਹ ਨਾ ਹੁੰਦਾ ਮੇਰੇ ਨਾਲ, ਮੈਂ ਕਿੱਥੇ ਕਰਨੀ ਸੀ ਗਲਤੀ, ਇਹ ਤਾਂ ਇਹਨੇ ਕਰਵਾਤੀ ਹੈ ਜਾਂ ਨਹੀਂ? ਇਹ ਸੁਭਾਅ ਉੱਥੋਂ ਤੋਂ ਆਇਆ। ਜਿਸ ਤਰ੍ਹਾਂ ਦੱਸਿਆ ਹੋਣੀ ਕਿ ਬੱਚੇ ਸੁਭਾਅ ਦਾ ਬੰਦਾ ਹੈ, ਉਸੇ ਕਰਕੇ ਹੁੰਦਾ ਹੈ ਕਿ ਸੁਭਾਅ ਚੱਲਿਆ ਆ ਰਿਹਾ। ਸੁਭਾਅ ਚੇਂਜ ਕਦੋਂ ਹੋਊਗਾ? ਬਚਨ ਦੇ ਤੋਂ। जब तक वचन नहीं हैगा तब तक स्वभाव चेंज है। वचन चेंज करेगा, वो बदलेगा तुहानू, अदरवाइज तुसीं बदल नहीं सकते। ठीक है जी। तो ये बहुत सारी गल्लां, चलो पर जी 15 पढ़ दो, 14 और 15। तब यहोवा परमेश्वर ने सर्प से कहा, हाँ तूने जो यह किया है, हाँ इसलिए तू सब घरेलू पशुओं और सब बनेले पशुओं से अधिक शापित है। श्रापित है। तू पेट के बल चला करेगा, हाँ जी, और जीवन भर मिट्टी चाटता रहेगा। हाँ मिट्टी चढ़ता रहूंगा और मिट्टी से रहूंगा। और मैं तेरे और इस एक मिनट की है हुण ਉਹ ਕਿੱਦਾਂ ਤੁਰਦਾ? ਛੋਟੀ ਕੀੜੀ ਆ, ਉਹਦੇ ਪੈਰ ਹੁੰਦੇ ਆ, ਸੱਪ ਏਡੇ ਆ, ਬੜੇ ਬੜੇ ਸੱਪ ਨੇ ਮੱਝਾਂ ਨੂੰ ਕਰ ਦਿੰਦੇ ਆ, ਪੈਰ ਨਹੀਂ ਹੈਗੇ ਉਹਦੇ। ਕਿਉਂ ਨਹੀਂ ਹੈਗੇ? ਸ਼ਰਾਪ ਮਿਲਿਆ ਹੋਇਆ। ਬਹੁਤ ਸਾਰੇ ਮੰਦਿਰ ਬਣੇ ਹੋਏ ਨੇ, ਮੇਲੇ ਲੱਗਦੇ ਆ ਨਾਗ ਪੰਚਮੀ ਦੇ, ਬਹੁਤ ਕੁਛ ਹੁੰਦਾ ਹੈ। ਕਿਹਦੀ ਪੂਜਾ ਕਰ ਰਹੇ ਹੋ? ਉਹ ਹੈ ਕਿ ਆਪ ਸ਼ਰਾਪਿਤ। फिर मैं लगता है पूजा करने वाला तो क्या मिलूंगा, है नहीं? चलो उस तो बाद की क्या परमिशन है? इस स्त्री और तेरे वंश दे विच मैं एक बैर उत्पन्न करा। जब तेन मौका मिलूगा तू की कर पे किथे दसूंगा? वो अच्छी दसदा हूँ, ਉੱਪਰ ਕਿਸੇ ਹਿੱਸੇ 'ਚ ਨਹੀਂ ਦੱਸਦਾ। ਹਾਂ ਜੇ ਕਿਤੇ ਪਿਆ ਹੋਇਆ ਬੰਦਾ ਜਾਂ ਉਦਾਂ ਕੋਈ ਇਦਾਂ ਦਾ ਕਾਰਨ ਬਣ ਜਾਵੇ ਤਾਂ ਲੱਗਾ, ਨਹੀਂ ਤਾਂ ਪੈਰ ਤੇ ਉੱਤੇ ਹੀ ਦੱਸਦਾ ਹੁੰਦਾ। ਫੇਰ ਕੀ ਗਿਆ? ਇਹ ਕੀ ਕਰੂੰਗਾ? ਜਲਦੀ ਸ਼ਾਬਾਸ਼। ਇਹ ਤੇਰੇ ਸਿਰ ਨੂੰ ਕੁੱਟ ਦੇਗਾ। ਸੱਪ ਨੂੰ ਜਿੰਨਾ ਮਰਜ਼ੀ ਮਾਰ ਦੋ ਨਹੀਂ ਮਰੇਗਾ ਉਹ। ਕਦੋਂ ਮਰਦਾ ਉਹ? ਉਹਦਾ ਸਿਰ ਪੈ ਜਾਂਦਾ ਹੈ ਨਾ। ਹੁਣ ਦੇਖੋ ਬਹੁਤ ਲੋਕ ਕਰਦੇ ਕੁਛ, ਬਾਬਾ ਜੀ ਕਹਿੰਦੇ ਉਹਨੂੰ, ਪਰ ਜੇ ਬਾਬਾ ਜੀ ਘਰ ਆ ਜਾਓ ਫਿਰ
ਸੌ ਨਹੀਂ ਸਕਦੇ ਘਰ ਆਪਣੇ, ਖੁਸ਼ ਨਹੀਂ ਹੋਣਗੇ ਬਾਬਾ ਜੀ ਘਰੇ ਆਏ ਆ। ਜਦ ਤੱਕ ਤੁਸੀਂ ਇਹਨੂੰ ਕੱਢਦੇ ਨਹੀਂ ਬਾਹਰ ਉਦੋਂ ਤੱਕ ਤੁਸੀਂ ਸੌ ਨਹੀਂ ਸਕਦੇ ਉੱਥੇ ਘਰ। ਹੈ ਜਾਂ ਨਹੀਂ? ਇਹ ਸੱਚਾਈ ਆ ਇਨਸਾਨ ਦੇ ਵਿੱਚ ਔਰ ਉਹਦੇ ਚ ਕਿੰਨਾ ਬੈਰ ਆ। ਅੱਛਾ ਕਈ ਵਾਰ ਤੁਸੀਂ ਜੇ ਮਰਿਆ ਹੋਇਆ ਵੀ ਦੇਖ ਲਓਗੇ ਨਾ ਤਾਂ ਵੀ ਡਰ ਲੱਗਦਾ ਤੋਂ। ਕਿਉਂ? ਡਰ ਇੱਦਾਂ ਦਾ ਪਾਇਆ ਪਰਮੇਸ਼ਰ ਨੇ ਤਾਂ ਡਰ ਪਾਤਾ। ਅੱਛਾ ਉਹ ਵੀ ਤੁਹਾਨੂੰ ਦੇਖ ਕੇ ਡਰ ਜਾਏਗਾ, ਭੱਜ ਜਾਏਗਾ। ਉਹ ਡੰਗ ਤਾਂ ਚਲੋ ਇੱਕ ਬਚਾਓ ਵਾਸਤੇ ਮਾਰ ਦਿੰਦਾ ਆਪਣੇ ਵਾਸਤੇ, ਅਦਰਵਾਇਜ਼ ਭੱਜੇਗਾ ਤੁਹਾਨੂੰ ਦੇਖ ਕੇ। ਤੁਹਾਡੇ ਪੈਰਾਂ ਦੀ ਬਿੜਕ ਨੂੰ ਦੇਖ ਕੇ ਨਾ ਸੁਣ ਕੇ ਭੱਜ ਜਾਂਦਾ। ਹਾਲੇਲੂਇਆ। ਚਲੋ ਮੈਂ ਵੈਸੇ ਗੱਲ ਕਰਦਾ, ਜਦ ਅਸੀਂ ਆਹ ਸਲਪਾ ਮਾਰ ਦਿੰਦੇ ਨਾ ਭੰਗ ਭੁੰਗ, ਤਾਂ ਬਥੇਰੇ ਸੱਪ ਤੇ ਹੁੰਦੇ ਸੀਗੇ। ਅਸੀਂ ਉਹਦੇ ਲੜ ਪੋ ਹੈਗਾ ਮਾਰੋ ਡੰਗ, ਨਹੀਂ ਭੱਜ ਜਾਂਦੇ ਦੇਖ ਦੇਖ ਕੇ। ਅਸੀਂ ਤਾਂ ਡੰਗ ਬਣਾ ਚੱਲ ਨਸ਼ਾ ਹੋ ਜੂਗਾ ਮਾੜਾ ਜਿਹਾ, ਕਿ ਨਸ਼ੇ ਇੰਨੇ ਸੀਗੇ ਮੇਰੇ ਜੀਵਨ ਚ, ਪਰ ਸਾਨੂੰ ਦੇਖ ਕੇ ਭੱਜ ਜਾਂਦੇ ਸੀ। ਇਸ ਕਰਕੇ ਉਹ ਭੱਜਦਾ ਹੈ, ਡਰਦਾ ਉਹ ਇਨਸਾਨ ਤੋਂ ਡਰਦਾ, ਇਨਸਾਨ ਉਹ ਤੋਂ ਡਰਦਾ। ਪਰ ਹੁਣ ਅੱਗੇ ਦੱਸ ਤੁਹਾਨੂੰ, ਇਸ ਇਸਤਰੀ ਦੇ ਵੰਸ਼ ਵਿੱਚ ਔਰ ਤੇਰੇ ਵੰਸ਼ ਵਿੱਚ ਬੈਰ ਪਾ ਦੇਣਾ। ਇੱਕ ਬੈਰ ਉਤਪਨ ਕਰਾਂਗਾ, ਉਹ ਬੈਰ ਅੱਜ ਤੱਕ। ਇਹ ਤਾਂ ਹੈਗੀ ਸੰਸਾਰ ਦੀ ਗੱਲ। ਹੁਣ ਆਪਾਂ ਆਤਮਿਕ ਤੌਰ ਤੇ ਦੇਖਦੇ ਹਾਂ, ਇੱਕ ਮੈਡੀਕਲ ਲਾਈਨ ਦੇ ਮੁਤਾਬਕ ਵੀ ਦੇਖਦੇ ਹਾਂ। ਜਦੋਂ ਬੱਚੇ ਜਨਮ ਹੁੰਦਾ ਨਾ, ਔਰਤ ਦਾ ਇੱਕ ਵੀ ਖੂਨ ਦਾ ਕਤਰਾ ਨਾ ਉਸ ਬੱਚੇ 'ਚ ਨਹੀਂ ਹੁੰਦਾ ਹੈਗਾ, ਇੱਕ ਵੀ ਕਤਰਾ। ਸਿਰਫ ਉਹ ਬਰਤਨ ਜਿਹੜਾ ਜਿਹਨੂੰ ਬੱਚਾ ਨਹੀਂ ਕਹਿੰਦੇ ਆ, ਉਹ ਇਸਤੇਮਾਲ ਕੀਤਾ ਜਾਂਦਾ। ਤੇਰਾ ਜਿਹੜਾ ਨਾੜੂਆ ਹੁੰਦਾ ਹੈ, ਉਹਦੇ ਦੁਆਰਾ ਜਿਹੜੀ ਮਾਂ ਖਾਂਦੀ ਆ ਖੁਰਾਕ, ਉਹ ਦੁੱਧ ਦੇ ਰਸਤੇ ਉੱਤੇ ਪਹੁੰਚ ਜਾਂਦੀ ਹੈ। ਜਿਹੜੀ ਖਾਂਦੀ ਆ ਉਹ ਵੀ ਪਹੁੰਚ ਜਾਂਦੀ ਖੁਰਾਕ ਉੱਤੇ। ਤਾਂ ਹੀ ਕਹਿੰਦੇ ਨੇ ਵਧੀਆ ਵਧੀਆ ਖਾਇਆ ਕਰੋ ਹਨਾ, ਤਾਂ ਕਿ ਬੱਚਾ ਤੰਦਰੁਸਤ ਹੋਊਗਾ। ਹਾਲੇਲੂਇਆ। ਹੁਣ ਇੱਥੇ ਲਿਖਿਆ ਇਸਤਰੀ ਦਾ ਵੰਸ਼, ਹਾਲਾਂਕਿ ਇਸਤਰੀ ਦਾ ਵੰਸ਼ ਹੁੰਦਾ ਨਹੀਂ ਹੈਗਾ। ਸਕੂਲ ਚ ਨਾਮ ਦਰਜ ਕਰਨਾ, ਜੋ ਵੀ ਕਰਨਾ, ਕਿਆ ਬੋਲਦੇ ਇਹ ਨਾਮ ਲਿਖਣਾ ਹੈ ਪਿਤਾ ਦਾ। ਮਾਤਾ ਦਾ ਤਾਂ ਬਾਅਦ ਚ ਦੂਜੇ ਨੰਬਰ ਲਿਖਿਆ ਜਾਂਦਾ, ਲਿਖ ਦਿੱਤਾ, ਉਹ ਵੀ ਸਰਟੀਫਿਕੇਟ ਕਦੇ ਵਾਰੀ, ਪਰ ਪਹਿਲੇ ਨੰਬਰ ਤੇ ਕੀ ਹੈ? ਪਿਤਾ ਦਾ ਨਾਮ। ਹੁਣ ਇੱਥੇ ਕੀ ਲਿਖਿਆ ਹੈ? ਇਸਤਰੀ ਦਾ ਵੰਸ਼। ਉਹ ਇਸਤਰੀ ਦਾ ਵੰਸ਼ ਕੌਣ ਆ? ਯਸ਼ਾਇਆ ਦੀ ਕਿਤਾਬ ਦੇ ਵਿੱਚ ਉਹਦਾ 7 ਦੇ ਉਹਦਾ 14 ਵਿੱਚ ਲਿਖਿਆ ਫਰਾਉਣ ਜਲਦੀ। ਹਾਲੇਲੂਇਆ ਦੀ ਬਸ਼ਿੰਗ ਦੇ ਬਸ਼ ਸਾਦੀ ਚਾਹ ਜਲਦੀ, ਸ਼ਾਬਾਸ਼ ਜਿਹਨੂੰ ਮਿਲ ਗਿਆ ਜਲਦੀ ਪढ़ देना। इस कारण प्रभु आप ही तुमको एक चिन्ह देगा। हाँ, इस कारण यशाया नबी ਦੇ ਦੁਆਰਾ ਪਰਮੇਸ਼ਰ ਨੇ ਆਪਣੀ ਕੌਮ ਨੂੰ, ਆਪਣੇ ਲੋਕਾਂ ਨੂੰ ਇਹ ਗੱਲ ਕਹੀ। ਯਸ਼ਾਇਆ ਕੀ ਕਹਿ ਰਿਹਾ? ਪ੍ਰਭੂ ਤੁਹਾਨੂੰ ਇੱਕ ਚਿੰਨ੍ਹ ਦੇਵੇਗਾ, ਉਹ ਚਿੰਨ੍ਹ, ਉਹ ਨਿਸ਼ਾਨੀ ਦਊਂਗਾ ਕਿ ਜਿਹਦੇ ਤੋਂ ਤੁਹਾਡਾ ਛੁਟਕਾਰਾ ਹੋ ਜਾਏਗਾ, ਤੁਹਾਨੂੰ ਮੋਕਸ਼ ਪ੍ਰਾਪਤ ਹੋ ਜਾਏਗਾ। ਉਹ ਚਿੰਨ੍ਹ ਕੀ ਹੋਊਗਾ? ਹਾਂਜੀ सुनो, एक कुंवारी गर्भवती सुनो, होगी एक कुंवारी गर्भवती होएगी और पुत्र जनेगी और पुत्र जनेगी और उसका नाम इमैनुएल में रखा जाएगा। और जब तक वह बुरे बस इमैनुएल में रखा जाएगा, ਜਿਹਦਾ ਮਤਲਬ ਪਰਮੇਸ਼ਰ ਸਾਡੇ ਨਾਲ। ਯਹੋਨਾ ਦੀ ਇੰਜੀਲ ਉਹਦਾ ਪਹਿਲਾ ਅਧਿਆਇ ਫੜੋ, ਸ਼ਾਬਾਸ਼, ਉਹਦੀ 18ਵੀਂ ਆਇਤ ਪੜ੍ਹ ਦਿਓ। ਰੀਮਾ ਖੁਸ਼ੀ ਖਿੰਦ ਰਬਾ। परमेश्वर को किसी ने कभी नहीं देखा, हाँ एकलौता पुत्र हाँ जो पिता की गोद में है, उसी ने उसे प्रकट किया। हाँ, यीशु मसीह ने ਉਹਨੂੰ ਪ੍ਰਗਟ ਕੀਤਾ। ਯीशु मसीह ਨੇ ਦੱਸਿਆ ਕਿ ਪਿਤਾ ਪਰਮੇਸ਼ਰ ਹੈ ਕਿਦਾਂ ਦਾ ਹੈ। ਯਹੋਨਾ ਦੀ ਇੰਜੀਲ ਕੱਢੀ 40 ਤੇ ਪੜ੍ਹ ਦਿਓ।
23-24 जल्दी। परंतु वह समय आता है, सामरी औरतों ने क्या वो समय आंदा है, वन अब भी है, बन आ गया है। जिसमें सच्चे भगत हाँ, पिता की आराधना आत्मा और सच्चाई से आत्मा करें, और सच्चाई से करेंगे। क्योंकि पिता अपने लिए ऐसे ही आराधकों को ढूंढता है। हाँ परमेश्वर आत्मा है, हाँ और अवश्य है कि उसकी आराधना करने वाले आत्मा और सच्चाई से आराधना करें। आमीन हालेलुया। ਇਹ ਕਿਹਨੇ ਗੱਲ ਪ੍ਰਗਟ ਕੀਤੀ ਆ? ਯਿਸੂ ਨੇ। ਤੁਸੀਂ ਆਮ ਦੇਖੋ ਸਟੋਰੀ ਸੁਣ ਕੇ ਕੋਈ ਦੀ ਕਹਾਣੀ ਸੁਣ ਲਓ, ਸਟੋਰੀ ਸੁਣ ਲਓ, ਪੜ੍ਹ ਲਓ, ਕਿਸੇ ਦੱਸੇ ਪਰਮੇਸ਼ਰ ਹੈ ਕੌਣ ਆ ਕਿ ਨਹੀਂ? ਕਿਸੇ ਦੱਸਿਆ ਨਾ, ਕਿਸੇ ਨੇ ਵੀ ਇਸ ਗੱਲ ਨੂੰ ਪ੍ਰਗਟ ਨਹੀਂ ਕੀਤਾ। ਬਹੁਤ ਸਾਰੇ ਸ਼ਬਦ ਬੋਲੇ ਜਾਂਦੇ, ਖੁਦਾ ਬੋਲੇ ਜਾਂਦੇ, ਭਗਵਾਨ ਬੋਲੇ ਜਾਂਦੇ, ਸਭ ਕੁਝ ਬੋਲੇ ਜਾਂਦਾ। ਅਸਲ ਵਿੱਚ ਕੌਣ ਆ ਉਹ? ਕੀ ਕਹਿੰਦਾ ਪ੍ਰਭੂ ਯਿਸੂ ਮਸੀਹ? परमेश्वर की आत्मा है। आत्मा जिदा आप कहना परमात्मा, परमात्मा का मतलब परम आत्मा, बहुत बड़ा आत्मा। ये यीशु मसीह ने इस गल प्रकट किया कि वो आत्मा है। उन्होंने भगती करने वाले कितने लोग चाहिए आ? नंगे पैरी इधर तो जाने वाले नहीं, नंगे रहने वाले नहीं, धोतियां लंगोट पाने वाले नहीं, आत्मा नाल सच्चाई नाल भगती करने वाले। बहुत बड़े बड़े प्रभु दे संत बड़े कीमती उन्होंने कोट पैंट पाए होंगे, लेकिन जब प्रार्थना करते हैं बहुत लोग चंगे होंगे कि नहीं? दूजे पासे आप देखते हैं बहुत सारी गल्लां, पर हुंदा कुछ नहीं। शेख तो सब कुछ किया हुआ अगले ने, हुंदा कुछ नहीं। क्योंकि उन्हें किहड़ी भगती चाहिए? आत्मिक, शारीरिक नहीं चाहिए। कि परमेश्वर की है आत्मा है। फिर जी हुण 32 दिन इंजील दे विच तां 4 अध्याय मैं पढ़ा कि नहीं, आपां लिख लो बजे लिखना है। 4:17 ਦੇ ਲਿਖਿਆ ਆ, ਯਿਸੂ ਮਸੀਹ ਜਦੋਂ ਪਹਿਲਾ ਸ਼ਬਦ ਬੋਲੇ ਨਾ ਪ੍ਰਚਾਰ ਦੇ ਵਿੱਚ, ਉਹਨੇ ਹੀ ਬੋਲਿਆ ਮਨ ਫਿਰਾਓ, ਆਦਮ ਪਛਤਾਪ ਕਰ, ਜਿਹੜਾ ਤੈਨੂੰ ਅਦਨ ਦੀ ਵਾਟਕਾ ਚ ਕਰਨਾ ਚਾਹੀਦਾ ਸੀ ਨਾ, ਨਹੀਂ ਕੀਤਾ, ਹੁਣ ਕਰ, ਕਿਉਂਕਿ ਸਵਰਗ ਦਾ ਰਾਜ ਨੇੜੇ ਆ ਗਿਆ। ਦੂਰ ਚਲੇ ਗਏ तो हो, पर मेरे द्वारा हो नेड़े आ गया हो। हुण पश्चाताप कर ला, तौबा कर, बपतिस्मा ले और सुधार दे चले जा। यीशु मसीह इस वास्ते आया, जो 25 नवंबर पर मनाना ना, इस वास्ते आया। एक चिन्ह मिलूंगा कि कुआरी गर्भवती हो जाए। मत्ती दे इंजील दा पहला अध्याय की आयत, यूसुफ नूं सपने च दर्शन दिता। स्वर्गदूत ने कहा कि जो गर्भवती हुई तो बहुत सारी गल्लां उठियां उहदे दिमाग च, कि उसदी मंगनी हुई सीगी, ठीक है। फिर स्वर्गदूत ने आके रात नूं सपने च दर्शन दिता, तेरी पत्नी एक पुत्र जनेगी, तू उहदा नाम यीशु रखना, कि अपने लोगों नूं उन्हां दे पापां तो छुटकारा देगा। यीशु दा नाम दा मतलब छुटकारा देने वाला है। हालेलुया, छुटकारा देने वाला है। ते मसीह दा मतलब मस्सा कीता होया, एक नियुक्त कीता है छुटकारे वास्ते। उन्होंने कहना प्रभु भी उठाया ते मसीह भी उठाया, पवित्र काम लिखा है जगह कई गए। हालेलुया, ठीक है जी। तो इस करके प्रभु यीशु मसीह इस दुनिया च आए। लूका दी इंजील दे च पहला अध्याय ਉਹਦਾ 26 ਤੋਂ ਲੈ ਕੇ 35 ਤੱਕ ਲਿਖ ਲਿਓ, ਬਾਅਦ ਵਿੱਚ ਚੰਗੀ ਤਰ੍ਹਾਂ ਪੜਿਓ। ਜੋ ਸਵਰਗਦੂਤ ਨੇ ਆ ਕੇ ਮਰੀਮ ਨੂੰ ਕਿਹਾ, ਸਾਰੀ ਗੱਲਬਾਤ ਦੱਸੀ, ਉਹ ਕਹਿੰਦੀ ਮੈਂ ਤਾਂ ਪੁੱਛ ਨੂੰ ਜਾਣਦੀ ਨਹੀਂ, ਇਹ ਕਿੱਦਾਂ ਹੋਊਗਾ? ਪੁੱਛ ਕਿਹੜੇ ਨੂੰ ਜਾਣਦੀ? ਜਿਹਨੇ ਮੇਰੀ ਮੰਗਣੀ ਹੋਈ ਗਈ ਯੂਸੁਫ ਨੂੰ ਮੈਂ ਤਾਂ ਜਾਣਦੀ, ਕਿ ਪੁੱਤਰ ਕਿਵੇਂ ਹੋ ਸਕਦਾ ਹੈ?
ਉਹਨੇ ਕਿਹਾ ਇਹ ਪ੍ਰਭੂ ਪਵਿੱਤਰ ਆਤਮਾ ਦੇ द्वारा सब कुछ ਹੋਏਗਾ। ਉਹਨੇ ਸ਼ਬਦ ਬੋਲੇ ਤੇ ਇੱਕ ਪੁੱਤਰ ਦੇਣਗੀ, ਉਹ ਸ਼ਬਦ ਦੇਹਧਾਰੀ ਹੋਇਆ। ਯਹੋਨਾ 1:14 ਲਿਖਿਆ ਸ਼ਬਦ ਦੇਹਧਾਰੀ ਹੋ ਗਿਆ, ਦੇਹਧਾਰੀ ਹੋਇਆ। ਕਿੱਦਾਂ ਦੇਹਧਾਰੀ ਹੋਇਆ? ਪਵਿੱਤਰ ਆਤਮਾ ਦੇ ਦੁਆਰਾ ਉਹ ਸ਼ਬਦ ਦੇਹਧਾਰੀ ਹੋ ਕੇ ਯਿਸੂ ਬਣ ਗਿਆ। ਔਰ ਉਹਨੂੰ ਵੀ ਕਿਹਾ ਗਿਆ ਤੂੰ ਇਹਦਾ ਨਾਂ ਕਿਆ ਰੱਖਣਾ? ਯਿਸੂ। ਦੋਨਾਂ ਨੂੰ ਦੱਸੇਗਾ, ਨਹੀਂ ਤਾਂ ਕਈ ਪੈਸੇ ਸਹੀ ਹੋ ਜਾਂਦੀਆਂ ਬਿਨਾਂ ਨਾ ਮੈਂ ਤਾਂ ਨਾਂ ਸੋਚਿਆ, ਉਹ ਕੋਈ ਨਾ ਸੋਚਿਆ, ਪਰ ਉਹਨਾਂ ਦੋਨਾਂ ਨੂੰ ਦੱਸੇਗਾ ਨਾਮ ਯਿਸੂ ਹੀ ਰੱਖਣਾ ਹੈ। ਇਹ ਪਰਮ ਪ੍ਰਧਾਨ ਪਰਮੇਸ਼ਰ ਦਾ ਪੁੱਤਰ कहलाएगा। ਆ ਸੰਸਾਰ 'ਚ ਬਹੁਤ ਸਾਰੇ ਗੁਰੂ ਪੀਰ ਆਏ ਆ, ਮੈਂ ਉਹਨਾਂ ਦੀ ਬੁਰਾਈ ਨਹੀਂ ਕਰਦਾ, ਬਹੁਤ ਅੱਛੀ ਗੱਲ ਆ ਉਹ ਆਏ ਆ, ਪਰ ਕਿਸੇ ਨੇ ਵੀ ਆਪਣੇ ਆਪ ਨੂੰ ਪਰਮੇਸ਼ਰ ਦਾ ਪੁੱਤਰ ਨਹੀਂ ਕਿਹਾ ਹੈਗਾ। ਲੇਕਿਨ ਯਿਸੂ ਮਸੀਹ ਨੇ ਆਪਣੇ ਆਪ ਨੂੰ ਪਰਮੇਸ਼ਰ ਦਾ ਪੁੱਤਰ ਕਿਹਾ, ਕਿਉਂਕਿ ਹੈ ਜੋ ਕੰਮ ਪਰਮੇਸ਼ਰ ਕਰਦਾ ਕਰ ਸਕਦਾ ਹੈ, ਉਹੀ ਕੰਮ ਯਿਸੂ ਮਸੀਹ ਵੀ ਕਰਦਾ ਸੀਗਾ। ਹਾਲੇਲੂਇਆ, ਸਮਝ ਆਈ? ਤੇ ਇਹ ਕਿਹਦਾ ਵੰਸ਼ ਹੋ ਗਿਆ ਫਿਰ? ਯੂਸੁਫ ਦਾ ਰੋਲ ਹੀ ਨਹੀਂ ਹੈਗਾ। ਕਿਹਦਾ ਵੰਸ਼ ਹੋ ਗਿਆ ਇਹ? ਇਸਤਰੀ ਦਾ। ਅੱਜ ਉਹਨੂੰ ਕਿਹਦਾ ਪੁੱਤਰ ਕਿਹਾ ਜਾਂਦਾ? ਯੂਸੁਫ ਦਾ ਨਹੀਂ ਕਿਹਾ ਜਾਂਦਾ। ਯਾਦ ਕਿਸ ਗੱਲ ਨੂੰ? ਯੂਸੁਫ ਸੇ ਪਾਲਣ ਵਾਲਾ ਸੀ, ਉਹਨੂੰ ਉਹਦੀ ਪਰਵਰਿਸ਼ ਕਰਨ ਵਾਲਾ ਸੀਗਾ, ਉਹਨੂੰ ਮਰੀਮ ਦਾ ਪੁੱਤਰ ਕਿਹਾ ਜਾਂਦਾ। ਕਿਹਦਾ ਵੰਸ਼ ਹੈ? ਇਸਤਰੀ ਦਾ ਵੰਸ਼। ਗ੍ਰੰਥੀ ਦੀ ਪੱਤਰੀ ਦੇ ਵਿੱਚ 4 ਦੇ 4 ਪੜ੍ਹਾਈ ਹੁੰਦੀ। ਹਰੀ ਬਾਖੂਰੀ ਅੰਦਰ ਬਸ਼ੰਦਰ ਵਾਲਾ। परंतु जब समय पूरा हुआ, हाँ, परंतु जब समय पूरा होया तो परमेश्वर ने अपने पुत्र को भेजा, परमेश्वर ने अपने पुत्र को भेजिया जो स्त्री से जन्मा। हाँ, किससे जन्मे जी? स्त्री जन्मिया। हाँ, और व्यवस्था के अधीन उत्पन्न हुआ। व्यवस्था के अधीन उत्पन्न होया, मतलब ये प्रगट नहीं होया हो बेदे प्रगट हो खड़ा हो गया सामने आके ना। वो व्यवस्था के अनुसार, कानून के अनुसार 9 महीने बाद उसका जन्म होया, व्यवस्था के अनुसार, कानून के अनुसार। हाँ जी, ताकि व्यवस्था के अधीनों को मोल लेकर छुड़ा ले। कहा था कि व्यवस्था के अधीन लोग ने उन्होंने मुल लेके छुड़ा ले और छुड़ा लवे। और हमको लेपालक होने का पद मिले। हाँ, लपालक होने का, गोद लते हुए पुत्रां दा सानू अधिकार मिले, पद मिले। हाँ, और तुम जो पुत्र हो, हाँ, इसलिए परमेश्वर ने अपने पुत्र के आत्मा को, जो हे अब्बा हे पिता कहकर पुकारता है, हाँ, हमारे हृदयों में भेजा है। भेजा है। आमीन, आमीन, हालेलुया। कई बार मैं तो दादा ਹੁੰਦਾ है कि संसार ਦੇ ਜਿੰਨੇ ਲੋਕ, ਚਲੋ ਅਸੀਂ ਪ੍ਰਭੂ ਦੇ ਬਾਹਰ ਸੀਗੇ, ਕਦੀ ਪਰਮੇਸ਼ਰ ਨੂੰ ਪਿਤਾ ਸ਼ਬਦ ਨਹੀਂ ਇਸਤੇਮਾਲ ਕੀਤਾ ਸੀ। ਹੋਰ ਬਹੁਤ ਸੇ ਸ਼ਬਦ ਇਸਤੇਮਾਲ ਕਰਦੇ ਸੀਗੇ, ਆਪਾਂ ਪਰਮਾਤਮਾ ਕਰਦੇ ਸੀਗੇ, ਵਾਹਿਗੁਰੂ ਕਰਦੇ ਸੀਗੇ, ਰੱਬ ਕਰਦੇ ਸੀਗੇ, ਹੋਰ ਬਹੁਤ ਸਾਰੇ ਸ਼ਬਦ ਇਸਤੇਮਾਲ ਹੁੰਦੇ ਸੀ, ਖੁਦਾ ਕਰਦੇ ਸੀਗੇ, ਲੇਕਿਨ ਪਿਤਾ ਸ਼ਬਦ ਨਹੀਂ ਬੋਲਦੇ ਸੀ। ਪਰ ਜਦੋਂ ਅਸੀਂ ਹੁਣ ਪ੍ਰਭੂ ਨੂੰ ਗ੍ਰਹਿਣ ਕੀਤਾ, ਯਿਸੂ ਨੂੰ ਗ੍ਰਹਿਣ ਕੀਤਾ, ਤਾਂ ਅੰਦਰੋਂ ਨੇ ਕਿਹੜਾ ਆਤਮਾ ਭੇਜਿਆ? ਯਿਸੂ ਦਾ ਆਤਮਾ ਭੇਜਿਆ, ਜਿਹੜਾ ਇਹ ਸਾਡੇ ਅੰਦਰੋਂ ਕਹਿੰਦਾ ਪਿਤਾ, ਪਿਤਾ ਹੈ ਅੱਬਾ ਕਹਿੰਦਾ ਹੈ। ਆਟੋਮੈਟਿਕ ਨਿਕਲਦਾ ਸਾਡੇ ਅੰਦਰੋਂ ਪਿਤਾ ਸ਼ਬਦ। ਕਿਉਂ ਨਿਕਲਦਾ ਹੈ? ਕਿਉਂਕਿ ਯਿਸੂ ਦਾ ਆਤਮਾ ਸਾਡੇ ਅੰਦਰ ਬਸ ਗਿਆ। ਕਿਸੇ ਨੂੰ ਪਵਿੱਤਰ ਆਤਮਾ ਮਿਲੇ ਨਹੀਂ ਮਿਲਿਆ ਉਹ ਗੱਲ ਅਲੱਗ ਆ, ਪਰ ਜਦੋਂ ਅਸੀਂ ਪਛਤਾਪ ਕੀਤਾ, ਉਹਦਾ ਵਚਨ ਜੋ ਸਾਡੇ ਅੰਦਰ ਆਇਆ, ਇਹਦਾ ਮਤਲਬ ਯਿਸੂ ਦਾ ਆਤਮਾ ਸਾਡੇ ਅੰਦਰ ਆ ਗਿਆ ਏ, ਤੇ ਪਿਤਾ ਸ਼ਬਦ ਸਾਡੇ ਮੂੰਹ ਚੋਂ ਨਿਕਲਣਾ ਸ਼ੁਰੂ ਹੋ ਗਿਆ। ਬਹੁਤ ਸਾਰੇ ਲੋਕ ਆ ਸੰਸਾਰ ਦੇ ਵਿੱਚ, ਇਹ ਪਵਿੱਤਰ ਆਤਮਾ ਦੇ ਤੇ ਜਾਂ ਵਿਸ਼ਵਾਸ ਨਹੀਂ ਕਰਦੇ, ਜਾਂ ਹਾਲੇ ਉਹਨਾਂ ਨੂੰ ਪ੍ਰਾਪਤ ਨਹੀਂ ਹੋਇਆ, ਜਾਂ ਕਿੱਦਾਂ ਵੀ ਹੋਇਆ, ਪਰ ਫਿਰ ਵੀ ਪਿਤਾ ਸ਼ਬਦ ਜ਼ਰੂਰ ਇਸਤੇਮਾਲ ਕਰਦੇ ਹੋ। ਠੀਕ ਹੈ, ਯਿਸੂ ਮਸੀਹ ਨੇ ਵੀ ਇਹ ਗੱਲ ਕਹੀ ਜੀ ਮੱਤੀ ਦੇ ਵਿੱਚ, ਕਹਿੰਦਾ ਜਦ ਤੁਸੀਂ ਪ੍ਰਾਰਥਨਾ ਕਰਦੇ ਏਦਾਂ ਕਰਿਆ ਕਰੋ, ਹੇ ਸਾਡੇ ਪਿਤਾ ਤੂੰ ਜੋ ਸਵਰਗ ਵਿੱਚ ਹੈ, ਤੇਰਾ ਨਾਮ ਪਵਿੱਤਰ ਮਾਨਾ ਜਾਏ, ਹੈ ਨਾ।
ਯਿਸੂ ਮਸੀਹ ਨੇ ਪ੍ਰਾਰਥਨਾ ਵੀ ਇਸ ਹਿਸਾਬ ਨਾਲ ਸਿਖਾਈ ਆਪਣੇ ਚੇਲਿਆਂ ਨੂੰ। ਵੀ यूहन्ना ਦੀ ਇੰਜੀਲ ਪਹਿਲਾ ਅਧਿਆਇ ਉਹਦਾ 12 ਵਿੱਚ ਲਿਖਿਆ, ਕਹਿੰਦਾ ਜਿਨ੍ਹਾਂ ਨੇ ਯਿਸੂ ਨੂੰ ਗ੍ਰਹਿਣ ਕੀਤਾ, ਯਿਸੂ ਨੇ ਉਹਨਾਂ ਨੂੰ ਪਰਮੇਸ਼ਰ ਦੇ ਪੁੱਤਰ ਹੋਣ ਦਾ ਅਧਿਕਾਰ ਦਿੱਤਾ। ਅਧਿਕਾਰ ਦਿੱਤਾ। ਫਿਰ ਗਲਤੀ ਦੀ ਪੱਤਰੀ ਦੇ ਵਿੱਚ ਆਪਾਂ ਪੜ੍ਹ ਰਹੇ ਹਾਂ, 7ਵੇਂ ਤੱਕ ਹੋ ਗਿਆ। पूरी रहती है। हाँ पढ़ो मतलब 7ਵੇਂ तक। इसलिए तू अब दास नहीं, इसलिए हुण तुसीं दास नहीं हैगे, परंतु पुत्र है। तुसीं हुण पुत्र हो। हाँ। और जब पुत्र हुआ हाँ। तो परमेश्वर के द्वारा अगर वारिस भी पुत्र हुआ। हुआ नहीं, जब पुत्र होए, हाँ, तो परमेश्वर के द्वारा वारिस भी हुआ। वारिस भी हो गया, ਉਹਦੇ ਰਾਜੇ ਦੇ ਵਾਰਿਸ ਵੀ ਹੋ ਗਏ। ਬਹੁਤ ਲੋਕ ਇਸ ਗੱਲ ਤੋਂ ਹੈਰਾਨ ਹੁੰਦੇ ਆ। ਇੱਕ ਵਾਰ ਇੱਥੇ ਪਰਿਵਾਰ ਸੀਗਾ, ਉਹਨਾਂ ਚੰਡੀਗੜ੍ਹ ਕੇਸ ਚੱਲਦਾ ਸੀਗਾ ਤੇ ਕਾਫੀ ਪਰੇਸ਼ਾਨ ਸੀ ਵਿਚਾਰੇ। 8-9 ਬੰਦੇ ਉੱਥੇ ਪਰਚਾ ਦਰਜ ਕੀਤਾ ਹੋਇਆ ਸੀਗਾ ਤੇ ਇਹਦਾ ਕੇਸ ਪਿਆ ਸੀਗਾ। ਇੱਥੇ ਬੜੀ ਗੱਡੀ ਕਰਕੇ ਉਹਨੂੰ ਜਾਣਾ ਪੈਂਦਾ ਵਿਚਾਰੇ ਨੂੰ। ਤੇ ਉਸ ਜਿਹੜਾ ਜੱਜ ਸੀਗਾ ਉਹ ਸਿਰਫ ਕੁੜੀ ਦੀ ਗੱਲ ਸੁਣਦਾ ਸੀਗਾ, ਇਹਨਾਂ ਦੀ ਗੱਲ ਸੁਣਦਾ ਨਹੀਂ ਸੀਗਾ। ਲੇਕਿਨ ਜਦੋਂ ਉਹਨਾਂ ਨੇ ਮੈਨੂੰ ਬੁਲਾਇਆ ਉੱਥੇ, ਅਸੀਂ ਉਹਨਾਂ ਤੇ ਪ੍ਰਾਰਥਨਾ ਕਰੀ। ਪ੍ਰਾਰਥਨਾ ਕਰਕੇ ਜਦੋਂ ਉਹਨਾਂ ਭੇਜਿਆ, ਉੱਤੇ ਜੱਜ ਨੇ ਇਹਨਾਂ ਦੀ ਗੱਲ ਸੁਣੀ। ਕੁੜੀ ਵਾਲੇ ਦਬਕੇ ਮਾਰ ਕੇ ਪਹਿਲਾਂ ਬਿਠਾ ਛੱਡ। ਉਹਨਾਂ ਦੇ ਵਕੀਲ ਹੈਰਾਨ ਹੋ ਗਿਆ। 4 ਸਾਲ ਹੋ ਗਏ ਆਉਂਦੇ ਸਾਨੂੰ ਚੰਡੀਗੜ੍ਹ। 4 ਸਾਲ ਦੇ ਪਹਿਲੀ ਵਾਰ ਜੱਜ ਨੇ ਸਾਡੀ ਗੱਲ ਸੁਣੀ। ਉਹਨਾਂ ਨੂੰ ਪੁੱਛਦਾ ਵਕੀਲ ਆਉਂਦੇ ਹੋਏ, ਕਹਿੰਦਾ ਅੱਜ ਕਿੱਦਾਂ ਦਾ ਪੂਜਾ ਪਾਠ ਕਰਕੇ ਆਏ ਤੁਸੀਂ, ਜਿਹੜੀ ਜੱਜ ਨੇ ਸਾਡੀ ਗੱਲ ਸੁਣ ਲਈ? ਕਿੱਦਾਂ ਦਾ ਕਰਕੇ ਆਏ? ਉਹ ਕਹਿੰਦੇ ਅਸੀਂ ਪੂਜਾ ਪਾਠ ਕੁਝ ਨਹੀਂ ਕਰਕੇ ਆਏ, ਇੱਥੇ ਤੇ ਪ੍ਰਾਰਥਨਾ ਕਰਵਾ ਕੇ ਆਏ ਯਿਸੂ ਦੇ ਨਾਮ ਦੇ ਵਿੱਚ। ਹਾਲੇਲੂਇਆ। ਉਹ ਵਕੀਲ ਮੈਨੂੰ ਸਪੈਸ਼ਲ ਮਿਲਣ ਵਾਸਤੇ ਆਇਆ। ਕਹਿੰਦੇ ਜੀ ਆਪਣੀ ਰੀਤੀਆਂ ਅਸੀਂ ਬਹੁਤ ਕੁਝ ਕਰਦੇ ਸੀਗੇ, 4 ਸਾਲ ਕਰਦੇ ਰਹੇ, ਪਰ ਤੁਸੀਂ ਪਹਿਲੀ ਵਾਰ ਪ੍ਰਾਰਥਨਾ ਕਰੀ, ਜੱਜ ਦੀ ਬੁੱਧੀ ਕਮਾਤੀ। ਕਿਆ ਗੱਲ ਹੈ? ਕਿੱਦਾਂ ਨਹੀਂ ਪ੍ਰਾਰਥਨਾ ਕਰਦੇ? ਕਿਆ ਕਰਦੇ ਤੁਸੀਂ? कहना बचन पाया, मैं असी वारिस हाँ। हालेलुया। असी यीशु के द्वारा उन्हां चीज़ां दे वारिस हाँ। असी कहांगे ना, प्रभु करेगा पिता, क्योंकि उन्हें कहा खुद यीशु के नाम जो तुसी मेरे तो मंगोगे मैं तुहानूं दवांगा ते हो जाएगा। मैं तो बाइबल लैके गया पढ़न वास्ते, मैनूं भी दसो कहंदा कि हालेलुया। इस कारण कहना जे असी पुत्र है ना तो आप वारिस भी। तो प्रभु यीशु मसीह का आन का दुनिया में यही सब तो बड़ा मकसद सीगा कि जिदा असी जुदा हो गए सी ना परमेश्वर तो, सानू मिलाए और फिर तो पुत्र होने का अधिकार दे, क्योंकि आदम परमेश्वर का पुत्र सीगा। मतलब पिछले दसे लोगों के इंजील दे विच 3 अध्याय 23 ਤੋਂ ਲੈ ਕੇ 37 ਤੱਕ ਲਿਖਿਆ ਸਾਰਾ। ਉਹ ਵੰਸ਼ਾਵਲੀ ਉੱਪਰ ਚੱਲਦੀ ਉੱਚੀ ਇੱਦਾਂ, ਤੇ ਲਾਸਟ ਵਿੱਚ ਪਤਾ ਲੱਗਦਾ ਆਦਮ ਪਰਮੇਸ਼ਰ ਦਾ ਪੁੱਤਰ ਸੀ। ਜਿਹੜਾ ਉਹ ਪੁੱਤਰ ਸ਼ੇਤ ਦਾ ਸੀਗਾ, ਉਹਦਾ ਸੀਗਾ। ਲਾਸਟ ਵਿੱਚ ਨਾ ਆਦਮ, ਉਹ ਆਦਮ ਦਾ ਪੁੱਤਰ ਸੀਗਾ ਤੇ ਆਦਮ ਪਰਮੇਸ਼ਰ ਦਾ ਪੁੱਤਰ ਸੀ। ਹਾਲੇਲੂਇਆ। ਯਿਸੂ ਦੇ ਦੁਆਰਾ ਫਿਰ ਸਾਨੂੰ ਪਰਮੇਸ਼ਰ ਦੇ ਪੁੱਤਰ ਬਣਾਇਆ ਜਾਂਦਾ ਹੈ ਤੇ ਉਹ ਸ਼ੈਤਾਨ ਦਾ ਨਾਸ਼ ਹੁੰਦਾ ਹੈ ਜਿਹਨੇ ਸਾਨੂੰ ਆਦਮ ਨੂੰ ਜੁਦਾ ਕੀਤਾ ਸੀ। ਠੀਕ ਆ। ਸ਼ੈਤਾਨ ਹਰੇ ਅਦਨ ਦੇ ਬਾਹਰ ਕਦੋਂ ਬਾਹਰ ਸੀ, ਸ਼ੈਤਾਨ ਨੇ ਸੱਪ ਨੂੰ ਇੱਕ ਸੁਨੇਹਾ ਦਿੱਤਾ, ਇੱਕ ਮੈਸੇਜ ਦਿੱਤਾ ਕਿ ਤੂੰ ਏਦਾਂ ਕਹੇ ਕਿ ਜਦੋਂ ਇਹ ਫਲ ਖਾਓਗੇ ਪਰਮੇਸ਼ਰ ਵਰਗੇ ਹੋ ਜਾਓ। ਸ਼ੈਤਾਨ ਨਹੀਂ ਆਇਆ ਉਹਦੀ ਵੰਡ ਕੇ ਨਾ ਆ ਸਕਦਾ ਸੀ। ਉਹ ਸੱਪ ਨੇ ਸਿਰਫ ਉਹਦੀ ਗੱਲ ਸੁਣ ਕੇ ਨਾ ਅੱਗੇ ਗੱਲ ਪਹੁੰਚਾਈ ਆ, ਤਾਂ ਉਹਨੂੰ ਸ਼ਰਾਪ ਦਿੱਤਾ ਗਿਆ। ਹਾਲੇਲੂਇਆ। ਬੰਦੇ ਨੂੰ ਸ਼ਰਾਪ ਇਸ ਕਰਕੇ ਦਿੱਤਾ ਗਿਆ, ਤੂੰ ਜਾਨੀ ਗੱਲ ਸੁਣੀ, ਤੂੰ ਆਪਣੀ ਪਤਨੀ ਗੱਲ ਸੁਣੀ, ਮੇਰੀ ਨਹੀਂ ਸੁਣੀ, ਇਸ ਕਰਕੇ ਸ਼ਰਾਪ ਮਿਲਿਆ। ਇਸਤਰੀ ਨੂੰ ਇਸ ਕਰਕੇ ਮਿਲਿਆ ਕਿ ਤੂੰ ਸੱਪ ਦੀ ਗੱਲ ਸੁਣੀ। ਇਹ ਤਿੰਨਾਂ ਨੂੰ ਸ਼ਰਾਪ ਮਿਲਿਆ ਤੇ ਹੁਣ ਸੱਪ ਚਲਾਕ ਸੀ, ਸ਼ੈਤਾਨ ਨੂੰ ਇਸਤੇਮਾਲ ਕੀਤਾ, ਹੋਰ ਕਈ ਜਾਨਵਰ ਨੂੰ ਇਸਤੇਮਾਲ ਕੀਤਾ। ਅੱਜ ਵੀ ਸ਼ੈਤਾਨ ਚਲਾਕ ਬੰਦੇ ਇਸਤੇਮਾਲ ਕਰਦਾ
ਜਿਹੜਾ ਜ਼ਿਆਦਾ ਬਹੁਤ ਪੜ੍ਹੇ ਲਿਖੇ ਬਹੁਤ ਜ਼ਿਆਦਾ ਉਹਨੇ ਇਸਤੇਮਾਲ ਕਰਦਾ ਉਹ ਆਪਣੇ ਵਾਸਤੇ। ਜਿਹੜੇ ਭੋਲੇ ਭਾਲੇ ਵਿਚਾਰੇ ਤਾਂ ਯਿਸੂ ਮਸੀਹ ਚੱਕਦਾ ਉਹਨੂੰ। ਲਿਖਿਆ ਨਾ ਬੱਚੇ ਨੇ ਪਰਮੇਸ਼ਰ ਜਗਤ ਦੇ ਮੂਰਖਾਂ ਨੂੰ ਚੁਣਦੇ ਆ, ਮੂਰਖਾਂ ਨੂੰ, ਤਾਂ ਕਿ ਬੁੱਧੀਮਾਨ ਨੂੰ ਲੱਜਤ ਕਰੇ। ਪਰਮੇਸ਼ਰ ਦੀ ਕੁਆਲਿਟੀ ਆ, ਬਿਲਕੁਲ ਨਿਕੰਮੇ ਨੂੰ ਚੱਕ ਕੇ ਉਹ ਦੌਰ ਇੱਕ ਚਰਵਾਹਾ ਸੀਗਾ, ਇੱਕ ਰਾਜਾ ਬਣਾ ਸਕਦਾ। ਉਹ 'ਚ ਖੂਬੀ ਹੈ ਖੁਦਾ ਦੇ ਵਿੱਚ। ਸ਼ੈਤਾਨ ਨਹੀਂ ਚੱਕਦਾ, ਸ਼ੈਤਾਨ ਨੂੰ ਛੱਡ ਦਿੰਦਾ, ਨਿਕੰਮੇ ਛੱਡ ਪਰੇ। ਉਹਨਾਂ ਨੂੰ ਫੜ ਜਿਹੜਾ ਬਹੁਤ ਬੁੱਧੀਮਾਨ ਆ, ਬਹੁਤ ਸੋਹਣੇ ਸੁਨੱਖੇ, ਬਹੁਤ ਖੁਸ਼, ਠੀਕ ਹੈ, ਉਹਨੂੰ ਇਸਤੇਮਾਲ ਕਰਨਾ ਉਹਨੇ ਆਪਣੇ ਤਰੀਕੇ ਨਾਲ। ਸਮਝ ਆਈ? ਹਾਲੇਲੂਇਆ। ਯਿਸੂ ਮਸੀਹ ਸਵਾਤੇ ਹੈ। ਲੋਕਾਂ ਦੀ ਇੰਜੀਲ ਦੇ ਵਿੱਚ 19 ਅਧਿਆਇ ਦੀ ਨਾ 10ਵੀਂ ਆਇਤ ਲਿਖਿਆ ਹੈ, ਜੱਕੀ ਦੇ ਘਰ ਯਿਸੂ ਮਸੀਹ ਗਿਆ ਨਾ, ਤਾਂ ਜੱਕੀ ਨੇ ਆਪਣਾ ਸਾਰਾ ਕੁਝ ਦੇਤਾ ਕੰਗਾਲਾਂ ਨੂੰ। ਉਹ ਕਹਿੰਦਾ ਅੱਜ ਇਸ ਘਰ ਵਿੱਚ ਉਤਾਰ ਆਇਆ ਕੀ ਕਿ ਮਨੁੱਖ ਦਾ ਪੁੱਤਰ ਖੋਇਆ ਨੂੰ ਲੱਭਣ ਤੇ ਉਹਦਾ ਉद्धार ਕਰਨ ਵਾਸਤੇ। ਯਿਸੂ ਮਸੀਹ ਸਾਨੂੰ ਲੱਭਣ ਵਾਸਤੇ ਆਇਆ। ਅਸੀਂ ਖੋਏ ਹੋਏ ਆ, ਸੰਸਾਰਿਕ ਤੌਰ ਤੇ ਅਸੀਂ ਖੋਏ ਹੋਏ ਸੰਸਾਰ ਦੇ ਵਿੱਚ, ਆਪਣੇ ਪਰਿਵਾਰ ਦੇ ਵਿੱਚ ਖੋਏ ਹੋਏ ਆ, ਤੇ ਯਿਸੂ ਮਸੀਹ ਸਾਨੂੰ ਲੱਭਣ ਵਾਸਤੇ ਆਇਆ ਸੀਗਾ ਤਾਂ ਕਿ ਸਾਨੂੰ ਪਰਮੇਸ਼ਰ ਦੇ ਕੋਲ ਪਹੁੰਚਾ ਦੇਵੇ। ਉਹ ਵਿੱਚ ਬਚਵਈ ਬਣ ਕੇ ਆਇਆ, ਵਿਚੋਲਾ ਬਣ ਕੇ, ਤਾਂ ਕਿ ਉਹ ਦੋਨਾਂ ਨੂੰ ਮਿਲਾ ਸਕੇ। ਹਾਲੇਲੂਇਆ। ਇਸ ਕਰਕੇ ਉਹਨੇ ਮੱਤੀ 'ਚ ਕਿਹਾ ਧੰਨ ਉਹ ਜਿਹੜੇ ਮੇਲ ਕਰਾਉਣ ਵਾਲੇ, ਕਿਉਂਕਿ ਪਰਮੇਸ਼ਰ ਦੇ ਪੁੱਤਰ ਕਹਿਲਾਣਗੇ। ਹੁਣ ਸਾਨੂੰ ਦਿੱਤੀ ਸੇਵਾ ਹੈ, ਅਸੀਂ ਮੇਲ ਕਰਾਈਏ ਕਿਹਦੇ ਨਾਲ? ਪਰਮੇਸ਼ਰ ਨਾਲ, ਯਿਸੂ ਨਾਲ। ਅਸੀਂ ਲੋਕਾਂ ਦਾ ਮੇਲ ਕਰਵਾਈਏ, ਫਿਰ ਅਸੀਂ ਪਰਮੇਸ਼ਰ ਦੇ ਪੁੱਤਰ ਆ। ਕਿਉਂਕਿ ਤਾਂ ਹੀ ਪੁੱਤਰ ਬਣਾਂਗੇ ਕਿ ਜਾ ਕੇ ਫਲ ਲੈ ਕੇ ਆਓ, ਬਹੁਤ ਸਾਰਾ ਫਲ ਲੈ ਕੇ ਆਓ, ਤਾਂ ਤੁਸੀਂ ਮੇਰੇ ਚੇਲੇ ਠਹਿਰੋਗੇ ਤੇ ਤੁਸੀਂ ਪਰਮੇਸ਼ਰ ਦੇ ਪੁੱਤਰ ਠਹਿਰੋਗੇ। ਹਾਲੇਲੂਇਆ। ਯਿਸੂ ਮਸੀਹ ਆਉਣ ਦਾ ਹੀ ਮਕਸਦ ਸੀਗਾ। ਪ੍ਰਭੂ ਸਾਨੂੰ ਇਸ ਬਚਨ ਦੇ ਸਾਰੇ ਗੱਲ ਤੇ ਆਸ਼ੀਸ਼ ਦੇ। ਇਹੀ ਇੱਕ 25 ਦਸੰਬਰ ਜਿਹਦੇ ਵਾਸਤੇ ਆਪਾਂ 25 ਤਰੀਕ ਨੂੰ ਇੱਕ ਇਬਰਾਨੀ ਦੇ ਵਿੱਚ ਨਾ 2 ਅਧਿਆਇ ਦਾ 14 ਵਚਨ ਪੜ੍ਹ ਕੇ ਆਪਾਂ ਬੰਦ ਕਰਦੇ ਹਾਂ। ਉੱਥੇ ਪੱਕਾ ਕਰਦੇ ਇਸ ਗੱਲ ਨੂੰ ਵੀ ਜੋ ਸ਼ੈਤਾਨ ਦਾ ਕੰਮ ਆ ਉਹ ਕਿਵੇਂ ਨਾਸ਼ ਹੋਇਆ। ਜਲਦੀ ਸ਼ਾਬਾਸ਼। 2:14। इसलिए जबकि लड़के मांस और लहू के भागी हैं, हाँ, तो वह आप भी उनके समान उनका सहभागी हो गया। हाँ, आप भी यीशु मसीह उन्हें वर्गा बन के आया। इसी करके मैं अपने पे लेके आया, कहना पूरा मनुष्य सीगा, उन्हें रब्बी शक्ति इस्तेमाल नहीं किया, पूरा मनुष्य बन के आया। हाँ जी, ताकि मृत्यु के द्वारा, ताकि मृत्यु द्वारा उसे जिसे मृत्यु पर शक्ति मिली थी, मृत्यु द्वारा उसे जिन्हें मृत्यु को शक्ति मिली थी, अर्थात शैतान को निकम्मा कर दे। हालेलुया। शैतान निकम्मा किवें कर पाया हो? मुर्दे चो जी उठ के शैतान निकम्मा कर दिया। इसलिए यीशु मसीह ने कहा मेरा दुख उठाना ये तुहाडे वास्ते फायदेमंद होएगा, मेरा मरना भी तुहाडे वास्ते लाभदायक होएगा। जे मैं नहीं मरांगा तो मैं जी नहीं उठांगा। तो जिहड़ी शैतान की शक्ति सी ना उन्होंने निकम्मा कर दिता, खत्म कर दिता। तुसीं जानदे कि जिहड़े भी आपां विश्वासी आ शैतान की कर सामने ਤੁਹਾਨੂੰ कहना कुछ हो? कोई बात नहीं आई। ਹੁਣ ਜਿੰਨੇ ਵਿਸ਼ਵਾਸੀ ਆਪਾਂ ਪਵਿੱਤਰਤਾ ਦਾ ਪਾਏ ਹੋਏ, ਬਾਕੀ ਦੇ ਮੈਂ ਗੱਲ ਨਹੀਂ ਕਰ ਰਿਹਾ, ਹੁਣ ਹੈ ਨਹੀਂ ਵਚਨ ਚ ਜੀਵਨ, ਉਹਦੀ ਨਹੀਂ ਗੱਲ ਕਰ ਰਿਹਾ ਮੈਂ। ਪਰ ਜਿਹਨਾਂ ਵਚਨ ਜੀਵਨ ਹੈ, ਜੇ ਤੁਹਾਡੇ ਸਾਹਮਣੇ ਭੂਤ ਖੇਡਦਾ ਹੋਵੇ ਤਾਂ ਤੁਸੀਂ ਕੀ ਕਰੋਗੇ? ਇਹਨੂੰ ਅਧਿਕਾਰ ਦਿੱਤਾ ਹੋਇਆ ਸਾਨੂੰ, ਕੀ ਕਰੋਗੇ? ਦਬਕਾ ਮਾਰੋਗੇ ਕਿ ਉਦਾਂ ਹੀ?
ਤੇ ਦਬਕਾ ਮਾਰ ਕੇ ਫਿਰ ਕੀ ਕਹੂੰਗਾ? ਚੱਲਿਆ ਮੈਂ ਚੱਲਿਆ। ਉਹ ਤੁਹਾਡਾ ਸਾਹਮਣਾ ਨਹੀਂ ਕਰ ਸਕਦਾ। ਕਿਉਂ ਨਹੀਂ ਸਾਹਮਣਾ ਕਰ ਸਕਦਾ? ਕਿ ਜਦ ਅਸੀਂ ਬਪਤਿਸਮਾ ਲਿੱਤਾ ਨਾ ਤਾਂ ਅਸੀਂ ਮਸੀਹ ਨੂੰ ਪਹਿਨਦੇ ਤੇ ਮਸੀਹ ਨੇ ਉਹਦਾ ਖੁੱਲ੍ਹਾ ਤਮਾਸ਼ਾ ਬਣਾਇਆ ਹੋਇਆ ਕਰੂਸ ਦੇ ਉੱਤੇ। ਕਿ ਡਰਦਾ ਹੁਣ ਸਾਤੋਂ ਦਾ ਨਾਂ ਡਰੇ, ਪਹਿਲਾਂ ਮਸੀਹ ਪਹਿਨਿਆ ਹੋਇਆ ਸੀ ਨਾ, ਉਹ ਤੋਂ ਡਰਦਾ। ਦੇਖਿਆ ਅਸੀਂ ਚੌਕਸ ਰਹਿਣਾ ਹਮੇਸ਼ਾ। ਜਿਹੜਾ ਮਸੀਹ ਪਹਿਨਿਆ ਹੋਇਆ ਨਾ ਕਿਤੇ ਉੱਤਰ ਨਾ ਜਾਏ। हालेलुया। परमेश्वर बच्चों के सब करते आशीष है। आमीन। आइए प्रार्थना करेंगे। प्यारे पिता परमेश्वर थोड़ा शुक्र थोड़ा धन्यवाद करते बाप इस धन्यवाद जो ने परमेश्वर जी जैसे 25 दिसंबर को जाना समय मनाने वास्ते जा रहे खुदावन तुसी ये भेद खोल दे खुदावन के वाकई तुसी इस वक्त चाहे संसार में प्रभु ताकि खोया डब्बू और उन्होंने उद्धार हो जाए। यीशु परमेश्वर के हाथों सौंप दो पिता जी। यीशु जी इस बार थोड़ा बहुत बहुत धन्यवाद करते हैं। मैं सारे थोड़े तो सौंप जिन्हें बच्चे सुने उन्होंने थोड़ी आशीष जो समय सुनना उन्होंने थोड़ी आशीष थोड़ी बरकत धन्यवाद द्वारा बेनती यीशु मसीह के नाम से आमीन।